ਪਿੰਡ ਪਟਿਆਲੇ ਤੋਂ ਤਕਰੀਬਨ 12 ਕਿਲੋਮੀਟਰ ਚੜ੍ਹਦੇ ਵਾਲੇ ਪਾਸੇ ਹੈ ਜੀ। ਤੇ ਇਹਨਾਂ ਨੂੰ ਇੱਥੇ ਆ ਕੇ ਉਸ ਟਾਈਮ 1763 'ਚ ਇਹ ਪਿੰਡ ਵਸਾਇਆ ਗਿਆ। ਡਸਕਾ ਮੋਰਚਾ 'ਚ 1932 'ਚ ਉਹਨਾਂ ਦਾ 14ਵਾਂ ਜਥਾ ਗਿਆ ਸੀ ਜਦੋਂ ਗੁਰਦੁਆਰੇ ਆਜ਼ਾਦ ਕਰਵਾਏ ਸੀਗੇ। ਪਰ ਅੱਜ ਤੱਕ ਕਿਸੇ ਵੀ ਸੰਸਥਾ ਜਾਂ ਕਿਸੇ ਵੀ ਪਾਰਟੀ ਨੇ ਇਹ ਜ਼ਰੂਰੀ ਨਹੀਂ ਸਮਝਿਆ ਵੀ ਜੋਗੀਪੁਰ ਨੂੰ ਵੀ ਕੋਈ ਇੱਥੇ ਉਹਨਾਂ ਦੀ ਯਾਦ 'ਚ ਕੁਛ ਬਣਾਇਆ ਜਾਵੇ। ਵੀ ਇੱਕ ਤਰ੍ਹਾਂ ਦਾ ਵਜੀਦ ਸਿੰਘ ਨੂੰ ਬਿਲਕੁਲ ਭੁੱਲ ਕੇ ਵਿਸਾਰ ਚੁੱਕੀਆਂ ਪਾਰਟੀਆਂ, ਪਰ ਅੱਜ ਮੁੜ ਕੇ ਉਹਨਾਂ ਨੇ ਜੋਗੀਪੁਰ ਦਾ ਨਾਮ ਲੈਣਾ ਚੰਗਾ ਸਮਝਿਆ। ਗੁਰਸਿੱਖ ਪਰਿਵਾਰ 'ਚ ਜਨਮ ਹੋਣ 'ਤੇ ਜਿੱਥੇ ਮੈਨੂੰ ਮਾਣ ਵੀ ਮਹਿਸੂਸ ਹੁੰਦਾ ਬਹੁਤ ਵੱਡਾ ਜੀ, ਪਰ ਮੈਨੂੰ ਕਈ ਵਾਰ ਦੁੱਖ ਵੀ ਹੁੰਦਾ, ਮਾਯੂਸੀ ਵੀ ਹੁੰਦੀ ਹੈ। ਮੈਂ ਇਸ ਪਰਿਵਾਰ 'ਚ ਹੁੰਦੇ ਹੋਏ ਮੈਂ ਦਾੜੀ ਕੇਸ ਕਤਲ ਕਰਵਾਏ ਗਲਤੀ ਕੀਤੀ ਹੋਈ ਹੈ। ਪੰਜਾਬੀ ਡਾਕ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਜਿੰਦਰ ਸਿੰਘ ਭੰਗੂ ਸਵਾਗਤ ਕਰਦਾ। ਦਰਸ਼ਕੋ, ਅੱਜ ਅਸੀਂ ਤੁਹਾਡੇ ਨਾਲ ਜੋਗੀਪੁਰ ਪਿੰਡ ਦੀ ਜਾਣਕਾਰੀ ਸਾਂਝੀ ਕਰਾਂਗੇ। ਜੋਗੀਪੁਰ ਪਿੰਡ ਇੱਕ ਇਤਿਹਾਸਿਕ ਪਿੰਡ ਹੈ। ਜੋਗੀਪੁਰ ਪਿੰਡ ਦੀ ਸ਼ੁਰੂਆਤ ਉੱਥੋਂ ਹੁੰਦੀ ਹੈ ਪਟਿਆਲਾ ਦੇ ਮਹਾਰਾਜਾ ਬਾਬਾ ਆਲਾ ਸਿੰਘ ਵੱਲੋਂ। ਜਦੋਂ ਪਟਿਆਲਾ ਦੇ ਵਿੱਚ ਵਸੇਬਾ ਕੀਤਾ ਜਾਂਦਾ ਤਾਂ ਉਹ ਆਪਣੇ ਸਹਿਯੋਗੀ ਭਾਈ ਜੋਗਾ ਸਿੰਘ ਨੂੰ ਕਹਿੰਦੇ ਨੇ ਕਿ ਤੂੰ ਪਟਿਆਲੇ ਤੋਂ ਚੜ੍ਹਦੇ ਵਾਲੇ ਪਾਸੇ 12 ਕਿਲੋਮੀਟਰ ਦੀ ਪਟਿਆਲੇ ਤੋਂ ਦੂਰੀ 'ਤੇ ਉਹਨਾਂ ਨੂੰ ਥਾਂ ਦਿੰਦੇ ਨੇ ਕਿ ਤੂੰ ਉੱਥੇ ਇੱਕ ਪਿੰਡ ਵਸਾ ਲੈ, ਅਤੇ ਉਹਨੂੰ ਲੈ ਕੇ ਜੋਗਾ ਸਿੰਘ ਇਸ ਪਿੰਡ ਦੀ ਨੀਂਹ ਰੱਖਦੇ ਨੇ। ਉਸ ਤੋਂ ਬਾਅਦ ਇਹ ਪਿੰਡ ਉਹਨਾਂ ਦੇ ਨਾਂ ਹੇਠ ਹੀ ਪਿੰਡ ਜੋਗੀਪੁਰ ਬਣਦਾ। ਅਤੇ ਇਸ ਪਿੰਡ ਦੀ ਇੱਕ ਖਾਸ ਗੱਲ ਇਹ ਹੈ ਕਿ ਇੱਥੋਂ ਦੇ ਜਥੇਦਾਰ ਭਾਈ ਵਜ਼ੀਰ ਸਿੰਘ ਹੋਏ ਨੇ। ਭਾਈ ਵਜ਼ੀਰ ਸਿੰਘ ਜਦੋਂ ਡਸਕਾ ਮੋਰਚਾ ਲੱਗਿਆ ਸੀ, ਉਸ ਮੋਰਚੇ ਦੀ ਅਗਵਾਈ ਕਰ ਰਹੇ ਸੀ ਪਟਿਆਲੇ ਜ਼ਿਲ੍ਹੇ ਦੇ ਨਾਲ ਲੋਕਾਂ ਨੂੰ ਲੈ ਕੇ। 500 ਦੇ ਕਰੀਬ ਜਥੇ ਦੀ ਗਿਣਤੀ ਦੱਸੀ ਜਾਂਦੀ ਸੀ। ਗ੍ਰਿਫਤਾਰੀਆਂ ਦੇਣ ਉਹ ਜਾਂਦੇ ਸੀ। ਉਹਨਾਂ ਦੇ ਨਾਲ ਬਰਨਾਲੇ ਦੇ ਜਾਂ ਹੋਰ ਵੀ ਆਸੇ-ਪਾਸੇ ਦੇ ਲੋਕ ਵੀ ਇਸ ਮੋਰਚੇ ਦੇ ਵਿੱਚ ਸ਼ਾਮਲ ਸੀ। ਅੱਜ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ। ਇੱਕ ਗੱਲ ਹੋਰ ਚੱਲਦੀ ਹੈ ਕਿ ਭਾਈ ਵਜ਼ੀਰ ਸਿੰਘ, ਜਥੇਦਾਰ ਵਜ਼ੀਰ ਸਿੰਘ ਦਰਬਾਰ ਸਾਹਿਬ ਤੋਂ ਬੀੜ ਲੈ ਕੇ ਆਏ ਸੀ ਗੁਰੂ ਮਹਾਰਾਜ ਜੀ, ਅਤੇ ਫਿਰ ਇੱਥੇ ਸ਼ੋਭਤ ਕੀਤੀ ਸੀ ਪਿੰਡ ਦੇ ਵਿੱਚ। ਉਹ ਤੁਹਾਨੂੰ ਚੁਬਾਰਾ ਵੀ ਦਿਖਾਵਾਂਗੇ, ਉਹ ਇਤਿਹਾਸਿਕ ਚੁਬਾਰਾ ਵੀ ਤੁਹਾਡੇ ਨਾਲ, ਉਹਦੇ ਦ੍ਰਿਸ਼ ਵੀ ਸਾਂਝੇ ਕਰਾਂਗੇ, ਗੁਰਦੁਆਰਾ ਸਾਹਿਬ ਦੇ ਦ੍ਰਿਸ਼ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ, ਤੇ ਗੱਲਬਾਤ ਕਰਾਂਗੇ ਪਰਿਵਾਰਕ ਮੈਂਬਰਾਂ ਦੇ ਨਾਲ, ਪਿੰਡ ਦੇ ਮੈਂਬਰਾਂ ਦੇ ਨਾਲ। ਆਓ ਚੱਲਦੇ ਹਾਂ ਪਿੰਡ ਜੋਗੀਪੁਰ। ਜੋਗੀਪੁਰ ਪਿੰਡ ਦੀ ਜੋ ਇਤਿਹਾਸਿਕ ਮਹੱਤਤਾ ਉਹ ਵੀ ਅਸੀਂ ਤੁਹਾਡੇ ਨਾਲ ਦਰਸ਼ਕੋ ਸਾਂਝੀ ਕਰਾਂਗੇ, ਤੇ ਇਸੇ ਜਾਣਕਾਰੀ ਤਹਿਤ ਸਾਡੇ ਨਾਲ ਗੱਲਬਾਤ ਕਰਨਗੇ ਯਾਦਵਿੰਦਰ ਸਿੰਘ ਜੋਗੀਪੁਰ। ਯਾਦਵਿੰਦਰ ਸਿੰਘ ਜੋਗੀਪੁਰ ਪੰਜਾਬ ਦੇ ਨਾਮਵਰ ਵੱਡੇ ਅਖਬਾਰ ਅਜੀਤ ਅਖਬਾਰ ਦੇ ਇੱਕ ਨਾਮਵਰ ਪੱਤਰਕਾਰ ਨੇ, ਜੋ ਹਲਕਾ ਘਨੌਰ ਜ਼ਿਲ੍ਹਾ ਪਟਿਆਲਾ ਤੋਂ ਤਰਜਮਾਨੀ ਕਰਦੇ ਨੇ ਜੀ। ਤੇ ਸਾਡੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਬਾਈ ਜੀ ਦਾ ਸਵਾਗਤ ਕਰਦੇ ਹਾਂ। ਬਾਈ ਜੀ, ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਜੀ, ਜੇਕਰ ਜੋਗੀਪੁਰ ਪਿੰਡ ਦੇ ਇਤਿਹਾਸਿਕ ਤੌਰ 'ਤੇ ਗੱਲ ਕੀਤੀ ਜਾਵੇ, ਕਿਉਂਕਿ ਨਾਮਵਰ ਪਿੰਡ ਮੰਨਿਆ ਜਾਂਦਾ, ਧਾਰਮਿਕ ਸ਼ਖਸੀਅਤਾਂ ਇਸ ਪਿੰਡ ਦੇ ਵਿੱਚੋਂ ਨਿਕਲ ਕੇ ਜਿਨ੍ਹਾਂ ਨੇ ਪ੍ਰਚਾਰ ਕੀਤਾ ਸਿੱਖੀਜ਼ਮ ਦਾ ਪੂਰੇ ਪੰਜਾਬ ਹਰਿਆਣਾ ਦੇ ਅੰਦਰ, ਤੇ ਜੋ ਇਸ ਪਿੰਡ ਦੀ ਇਤਿਹਾਸਿਕ ਮਹੱਤਤਾ ਕਿਹਾ ਜਾਂਦਾ ਕਿ ਬਾਬਾ ਆਲਾ ਸਿੰਘ ਦੇ ਕਰੀਬ ਸੀ ਜੋਗਾ ਸਿੰਘ, ਜਿਨ੍ਹਾਂ ਨੇ ਇਹ ਪਿੰਡ ਵਸਾਇਆ ਸੀ। ਤੁਸੀਂ ਆਪਣੇ ਮੂੰਹੋਂ ਜਾਣਕਾਰੀ ਦਿਓ ਸਾਡੇ ਦਰਸ਼ਕਾਂ ਨੂੰ। 1754 'ਚ ਪਟਿਆਲਾ ਸ਼ਹਿਰ ਦੀ ਨੀਂਹ ਰੱਖੀ ਗਈ ਹੈ ਜੀ। ਬਾਬਾ ਆਲਾ ਸਿੰਘ ਨੇ ਆ ਕੇ ਇੱਥੇ 1754 'ਚ ਪਟਿਆਲਾ ਸ਼ਹਿਰ ਵਸਾਇਆ ਜੀ। ਅਤੇ ਉਸ ਤੋਂ ਬਾਅਦ 1763 ਦੇ ਵਿੱਚ ਜਦੋਂ ਫਸਟ ਟਾਈਮ ਪਾਣੀਪਤ ਦੀ ਤੀਜੀ ਲੜਾਈ ਹੋਈ ਸੀ, ਉਦੋਂ ਪਟਿਆਲਾ ਰਿਆਸਤ ਪਹਿਲੀ ਵਾਰੀ ਉਹ ਹੋਂਦ 'ਚ ਆਈ ਹੈ ਜੀ। ਉਸ ਤੋਂ ਬਾਅਦ ਬਾਬਾ ਆਲਾ ਸਿੰਘ ਜੀ ਨੇ ਉਹਨਾਂ ਦੇ ਪਰਮ ਮਿੱਤਰ ਨੂੰ ਸ਼ਾਜਲੀ ਪਿੰਡ ਸੁਨਾਮ ਦੇ ਨੇੜੇ ਹੈ, ਬਾਬਾ ਆਲਾ ਸਿੰਘ ਵੀ ਉੱਧਰ ਦੇ ਹੀ ਸੀਗੇ, ਲਹਿਰੇ ਗਾਗੇ ਦੇ ਨੇੜੇ ਤੋਂ ਆਏ ਸੀ। ਬਾਬਾ ਆਲਾ ਸਿੰਘ ਜੀ ਨੇ ਸ਼ਾਜਲੀ ਪਿੰਡ ਤੋਂ, ਸੁਨਾਮ ਦੇ ਨੇੜਲੇ ਪਿੰਡ ਤੋਂ ਬਾਬਾ ਜੋਗਾ ਸਿੰਘ ਨੂੰ ਲਿਆਂਦਾ ਜੋਗੀਪੁਰ, ਅਤੇ ਉਹਨਾਂ ਦੇ ਮਿੱਤਰ ਜੀ ਉਹਨਾਂ ਨੂੰ ਪਟਿਆਲੇ ਦੇ ਨੇੜੇ ਹੀ ਰਹਿਣ ਲਈ ਕਿਹਾ ਜੀ। ਇਹ ਪਿੰਡ ਪਟਿਆਲੇ ਤੋਂ ਤਕਰੀਬਨ 12 ਕਿਲੋਮੀਟਰ ਚੜ੍ਹਦੇ ਵਾਲੇ ਪਾਸੇ ਹੈ ਜੀ, ਅਤੇ ਇਹਨਾਂ ਨੂੰ ਇੱਥੇ ਆ ਕੇ ਉਸ ਟਾਈਮ 1763 'ਚ ਇਹ ਪਿੰਡ ਵਸਾਇਆ ਗਿਆ ਜੀ। ਉਸ ਤੋਂ ਇਲਾਵਾ ਵੀ ਪਿੰਡ ਦੀ ਇਤਿਹਾਸਿਕ ਮਹੱਤਤਾ ਕਾਫੀ ਵੱਡੀ ਹੈ। ਜਥੇਦਾਰ ਵਜ਼ੀਰ ਸਿੰਘ ਬਾਰੇ ਵੀ ਤੁਸੀਂ ਸਾਨੂੰ ਥੋੜ੍ਹੀ ਜਾਣਕਾਰੀ ਦਿਓ। ਜਥੇਦਾਰ ਵਜ਼ੀਰ ਸਿੰਘ ਜੀ ਮੇਰੇ ਪੜਦਾਦਾ ਜੀ ਸਨ। ਸਾਨੂੰ ਬਹੁਤ ਹੁਣ ਵੀ ਖੁਸ਼ੀ ਮਾਣ ਮਹਿਸੂਸ ਹੁੰਦਾ ਜਦੋਂ ਉਹਨਾਂ ਦਾ ਨਾਮ ਸੁਣਦੇ ਹਾਂ ਅਸੀਂ। ਬਾਹਰ ਸ਼੍ਰੀ ਹਰਿਮੰਦਰ ਸਾਹਿਬ ਲਾਇਬ੍ਰੇਰੀ 'ਚ ਉਹਨਾਂ ਦੀ ਫੋਟੋ ਵੀ ਹੈ ਜੀ, ਸੁਸ਼ੋਭਿਤ ਹੈ ਉੱਥੇ, ਉਹ ਸਾਨੂੰ ਬੜਾ ਮਾਣ ਹੁੰਦਾ ਜੀ। ਪਰ ਜਥੇਦਾਰ ਵਜ਼ੀਰ ਸਿੰਘ ਦੀ ਜਦ ਜਨਮ 1895 'ਚ ਹੋਇਆ, ਜੋਗੀਪੁਰ ਪਿੰਡ 'ਚ ਹੋਇਆ ਜੀ।
ਉਹ 3 ਭਰਾ ਸਨ। ਉਹਨਾਂ ਦਾ ਫਿਰ ਸਾਡਾ ਪਰਿਵਾਰ ਪਹਿਲੇ ਦਿਨ ਤੋਂ ਹੀ ਕਿਰਤ ਕਰੋ ਨਾਮ ਜਪੋ ਵਾਲੀ ਵਰਤੀ 'ਚ ਪਰਿਵਾਰ ਸੀ ਸਾਡਾ। ਉਹਨਾਂ ਦਾ ਜਦੋਂ ਵੱਡੇ ਹੋਏ ਉਹਨਾਂ ਦਾ ਵਿਆਹ ਹੋਇਆ ਜੀ 1917-18 'ਚ ਉਹਨਾਂ ਦਾ ਵਿਆਹ ਹੋਇਆ। ਜਦੋਂ ਸਾਡੇ ਪੜਦਾਦੀ ਜੀ ਆਏ, ਪੜਦਾਦੀ ਜੀ ਇੱਕ ਬਹੁਤ ਗੁਰਸਿੱਖੀ ਜੀਵਨ ਬਤੀਤ ਕਰਦੇ ਹੁੰਦੇ ਸੀ ਦਾਦੀ ਜੀ। ਉਹ ਦਾਦੀ ਜੀ ਉਹਨਾਂ ਦੇ ਜੀਵਨ ਸਾਥੀ ਸਾਡੇ ਬਾਬਾ ਵਜੀਰ ਸਿੰਘ ਜੀ ਦੇ ਉਹ ਜੀਵਨ ਸਾਥੀ ਦਾ ਬਹੁਤ ਪ੍ਰਭਾਵ ਪਿਆ ਉਹਨਾਂ ਦੇ ਜੀਵਨ 'ਤੇ। ਉਹਨਾਂ ਨੇ ਉਸ ਦਿਨ ਤੋਂ ਬਾਅਦ ਜੀਵਨ ਆਪਣਾ ਸਿੱਖੀ ਚਲਾਉਣ ਦਾ ਪ੍ਰਣ ਕਰ ਲਿਆ ਜੀ। ਅਤੇ ਪੂਰੇ ਪੰਜਾਬ 'ਚੋਂ ਦੂਰ ਦਰਾਡੇ ਤੋਂ, ਜਿਵੇਂ ਮੋਹਾਲੀ ਦੇ ਨੇੜੇ ਤੋਂ ਪਮੌਰ ਪਿੰਡ ਹੋ ਗਿਆ ਜੀ, ਹੋਰ ਇੱਧਰ ਬਰਨਾਲੇ ਸਾਈਡ ਤੋਂ ਪਿੰਡ ਹੋ ਗਏ, ਦੂਰ ਦੂਰ ਤੋਂ ਲੈ ਕੇ ਵਧੀਆ ਬੰਦੇ ਚੁਣ ਕੇ ਉਹਨਾਂ ਨੇ ਜਥਾ ਤਿਆਰ ਕੀਤੇ ਜੀ, ਜੋ ਹਰ ਇੱਕ ਪੰਜਾਬ ਦੀਆਂ ਜਿਹੜੀ ਸਿੱਖੀ ਗਤੀਵਿਧੀਆਂ ਸੀਗੀਆਂ ਸਨ ਜੀ ਉਹਨਾਂ 'ਚ ਭਾਗ ਲੈਂਦੇ ਹੁੰਦੇ ਸੀ। ਉਹੀ ਜਥਾ ਡਸਕਾ ਮੋਰਚਾ 'ਚ 1932 'ਚ ਉਹਨਾਂ ਦਾ 14ਵਾਂ ਜਥਾ ਗਿਆ ਸੀ, ਜਦੋਂ ਗੁਰਦੁਆਰੇ ਆਜ਼ਾਦ ਕਰਵਾਏ ਸੀਗੇ ਜੀ। ਹਾਂਜੀ। ਅੱਗੇ ਹੁਣ ਤੁਸੀਂ ਕਦੇ ਜਿਵੇਂ ਪੰਥਕ ਪਾਰਟੀਆਂ ਨੇ ਜਾਂ ਹੋਰ ਵੀ ਪੰਥਕ ਸੰਸਥਾਵਾਂ ਨੇ, ਕਦੇ ਉਹਨਾਂ ਵੱਲੋਂ ਇਹਨਾਂ ਮਹੱਤਾਂ ਨੂੰ ਮੁੱਖ ਰੱਖਦੇ ਹੋਏ ਕਦੇ ਕਿਸੇ ਤਰ੍ਹਾਂ ਦਾ ਸਹਿਯੋਗ ਦੇਣ ਦੀ ਗੱਲ? ਨਹੀਂ, ਅੱਜ ਤੱਕ ਕਦੇ ਵੀ ਨਹੀਂ। ਅਸੀਂ 1-2 ਵਾਰੀ ਕੋਸ਼ਿਸ਼ ਵੀ ਕੀਤੀ ਹੈ। ਸ਼ੁਰੂ 'ਚ ਮੈਂ ਛੋਟਾ ਹੁੰਦਾ ਸੀ, ਜਦੋਂ ਮੇਰੇ ਬਾਬਾ ਜੀ ਹੁਣੇ, ਚਾਚਾ ਜੀ ਹੁਣੇ ਜਾਂ ਮੇਰੇ ਫਾਦਰ ਸਾਹਿਬ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਸਾਡੇ ਪਰਿਵਾਰ ਨੂੰ ਜਾਂ ਪਿੰਡ 'ਚ ਉਹਨਾਂ ਦੀ ਯਾਦ 'ਚ ਕੁਝ ਬਣਾਇਆ ਜਾਵੇ, ਪਰ ਅੱਜ ਤੱਕ ਕਿਸੇ ਵੀ ਸੰਸਥਾ ਜਾਂ ਕਿਸੇ ਵੀ ਪਾਰਟੀ ਨੇ ਇਹ ਜ਼ਰੂਰੀ ਨਹੀਂ ਸਮਝਿਆ ਵੀ ਜੋਗੀਪੁਰ ਨੂੰ ਵੀ ਕੋਈ ਇੱਥੇ ਉਹਨਾਂ ਦੀ ਯਾਦ 'ਚ ਕੁਝ ਬਣਾਇਆ ਜਾਵੇ। ਵੀ ਇੱਕ ਤਰ੍ਹਾਂ ਦਾ ਵਜੀਰ ਸਿੰਘ ਜੀ ਨੂੰ ਬਿਲਕੁਲ ਭੁੱਲ ਕੇ ਵਿਸਾਰ ਚੁੱਕੀਆਂ ਪਾਰਟੀਆਂ, ਪਰ ਅੱਜ ਮੁੜ ਕੇ ਉਹਨਾਂ ਨੇ ਜੋਗੀਪੁਰ ਦਾ ਨਾਮ ਲੈਣਾ ਚੰਗੇ ਸਮਝਿਆ। ਯਾਦਵਿੰਦਰ ਜੀ, ਤੁਹਾਨੂੰ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਹੈ ਕਿ ਤੁਸੀਂ ਉਸ ਪਰਿਵਾਰ ਨਾਲ ਸੰਬੰਧਿਤ ਹੋ ਜਿਹਨੇ ਜੈਤੋਂ ਦੇ ਮੋਰਚੇ ਦੇ ਵਿੱਚ ਭਾਗ ਲਿਆ ਤੇ ਤੁਹਾਡੇ ਬਜ਼ੁਰਗ ਨੇ ਉਸ ਮੋਰਚੇ ਦੀ ਅਗਵਾਈ ਵੀ ਕੀਤੀ? ਗੁਰਸਿੱਖ ਪਰਿਵਾਰ 'ਚ ਜਨਮ ਹੋਣ 'ਤੇ ਜਿੱਥੇ ਮੈਨੂੰ ਮਾਣ ਵੀ ਮਹਿਸੂਸ ਹੁੰਦਾ ਬਹੁਤ ਵੱਡਾ ਜੀ, ਪਰ ਮੈਨੂੰ ਕਈ ਵਾਰ ਦੁੱਖ ਵੀ ਹੁੰਦਾ, ਮਾਯੂਸੀ ਵੀ ਹੁੰਦੀ ਹੈ। ਮੈਂ ਇਸ ਪਰਿਵਾਰ 'ਚ ਹੁੰਦੇ ਹੋਏ ਮੈਂ ਦਾੜੀ ਕੇਸ ਕਤਲ ਕਰਵਾਏ, ਗਲਤੀ ਕੀਤੀ ਹੋਈ ਹੈ, ਪਰ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਮੈਨੂੰ ਜਲਦ ਸਾਬਤ ਸੂਰਤ ਸਿੱਖੀ ਜੀਵਨ ਪ੍ਰਦਾਨ ਕਰਨ, ਜਿਸ ਦਾ ਮੈਂ ਬੜਾ ਧੰਨਵਾਦ ਹੋਵਾਂਗਾ। ਪਰ ਮੈਂ ਬਾਬਾ ਜੀ ਵਜੀਰ ਸਿੰਘ ਉਹਨਾਂ ਦੇ ਕੁਝ ਜੀਵਨ 'ਤੇ ਮੈਂ ਤੁਹਾਨੂੰ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ। ਜਦੋਂ ਡਸਕਾ ਮੋਰਚਾ 1932 'ਚ ਬਾਬਾ ਜੀ ਉਹਨਾਂ ਨੇ ਇਹ 500 ਸਿੰਘਾਂ ਦੇ ਜਥੇ ਦੇ ਨਾਲ ਜਾ ਕੇ ਮੋਰਚਾ ਫਤਿਹ ਕਰਵਾਇਆ ਜੀ। ਉਸ ਤੋਂ ਬਾਅਦ ਹਰਿਮੰਦਰ ਸਾਹਿਬ ਤੋਂ ਬਾਬਾ ਜੀ ਨੂੰ ਹਰਿਮੰਦਰ ਸਾਹਿਬ ਬੁਲਾਇਆ ਗਿਆ ਜੀ। ਉੱਥੇ ਜਾ ਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਜੀ ਪੂਰੇ ਜਥੇ ਸਮੇਤ। ਉਹ ਸਾਡੇ ਕੋਲ ਫੋਟੋ ਵੀ ਅੱਜ ਹੈਗੀ ਆ, ਫੋਟੋ ਦਿਖਾਵਾਂਗੇ। ਅਤੇ ਉਸ ਤੋਂ ਬਾਅਦ ਉਹਨਾਂ ਨੂੰ ਉੱਥੇ ਪ੍ਰਬੰਧਕਾਂ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਵੀ ਤੁਹਾਨੂੰ ਵੀ ਚਾਹੀਦਾ ਕੀ ਹੈ ਜੀ ਸਿੰਘਾਂ ਨੂੰ। ਉਹਨਾਂ ਨੇ ਕਿਹਾ ਵੀ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ, ਵੀ ਸਾਡੇ ਇਲਾਕੇ 'ਚ ਸਾਡੇ ਪਿੰਡ 'ਚ ਦੂਰ ਦਰਾਡੇ ਤੱਕ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਹੁੰਦੇ ਹੈਗੇ, ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚਾਹੀਦਾ ਸਾਨੂੰ। ਉਸ ਦਿਨ ਉਹ ਫਿਰ ਸਾਨੂੰ ਜਦੋਂ ਉਹਨਾਂ ਨੇ ਆਏ ਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਹ ਪਿੰਡ 'ਚ ਲੈ ਕੇ ਆਏ ਜੀ, ਪੂਰੇ ਸਤਿਕਾਰ ਦੇ ਨਾਲ, ਸ਼ਰਧਾ ਦੇ ਨਾਲ। ਪੂਰਾ ਜਥਾ 500 ਸਿੰਘਾਂ ਦਾ ਜਥਾ ਉਹ ਪੂਰਾ ਇੱਥੇ ਸਾਨੂੰ ਸਰੂਪ ਲੈ ਕੇ ਆਏ। ਸਾਡੇ ਪਿੰਡ 'ਚ ਉਹਨਾਂ ਨੇ ਚਵਾਰਾ ਬਣਾਇਆ ਬਾਬਾ ਜੀ ਉਹਨਾਂ ਨੇ, ਵਜੀਰ ਸਿੰਘ ਜੀ ਨੇ। ਉਹ ਆਪਣੇ ਚਵਾਰੇ 'ਚ ਮਹਾਰਾਜ ਪ੍ਰਕਾਸ਼ ਕੀਤਾ। ਫਿਰ ਉੱਥੇ ਬਾਣੀ ਪੜ੍ਹਦੇ ਰਹੇ, ਸਵੇਰੇ ਸ਼ਾਮ ਬਾਣੀ ਪੜ੍ਹੀ ਉਹਨਾਂ ਨੇ। ਫਿਰ ਉਸ ਤੋਂ ਬਾਅਦ ਪਿੰਡ ਦੇ ਨਾਲ ਹੀ ਚੜ੍ਹਦੇ ਪਾਸੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਈ ਅਤੇ ਪਿੰਡ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਿਆ। ਉਸ ਤੋਂ ਬਾਅਦ ਬਾਬਾ ਜੀ ਉਹਨਾਂ ਤੋਂ ਬਾਅਦ ਉਹਨਾਂ ਦੇ ਬੇਟੇ ਗਿਆਨੀ ਸੁਖਦੇਵ ਸਿੰਘ ਜੀ, ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲੀ ਹੈ। ਉਸ ਤੋਂ ਬਾਅਦ ਜੀ ਉਹਨਾਂ ਦੇ ਵੀ ਥੋੜ੍ਹਾ ਚਿਰ ਪਹਿਲਾਂ ਡੈਥ ਹੋ ਚੁੱਕੀ ਹੈ, ਪਰ ਹੁਣ ਵੀ ਗੁਰਦੁਆਰਾ ਸਾਹਿਬ 'ਚ ਪਿੰਡ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਸੇਵਾ ਨਿਭਾਈ ਜਾ ਰਹੀ ਹੈ। ਸਾਨੂੰ ਮਾਣ ਹੁੰਦਾ ਇਸ ਚੀਜ਼ 'ਤੇ ਵੀ ਸਾਡਾ ਪਰਿਵਾਰ ਇਸ ਲਾਈਨ 'ਚ ਅਸੀਂ ਸਿੱਖੀ 'ਚ ਆਏ ਹਾਂ। ਬਹੁਤ ਬਹੁਤ ਇਸ ਚੀਜ਼ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਪਰਮਾਤਮਾ ਨੇ ਵੀ ਸਾਡਾ ਪਰਿਵਾਰ ਚੁਣਿਆ। ਪਰ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਵੀ ਸਾਡੇ ਪਰਿਵਾਰ ਨੂੰ ਸਾਰੇ ਨੂੰ ਗੁਰਸਿੱਖੀ ਜੀਵਨ ਪ੍ਰਦਾਨ ਕਰਨ, ਜਿਸ 'ਤੇ ਅਸੀਂ ਬਹੁਤ ਧੰਨਵਾਦੀ ਹੋਵਾਂਗੇ। ਦਰਸ਼ਕੋ, ਇਹ ਸਨ ਸਾਡੇ ਨਾਲ ਯਾਦਵਿੰਦਰ ਸਿੰਘ ਜੋਗੀਪੁਰ, ਜਿਨ੍ਹਾਂ ਨੇ ਤੁਹਾਨੂੰ ਡੂੰਘਾਈ ਦੇ ਵਿੱਚ ਜਾ ਕੇ ਇਸ ਪਿੰਡ ਦੀ ਇਤਿਹਾਸਕ ਮਹੱਤਤਾ, ਜਥੇਦਾਰ ਵਜੀਰ ਸਿੰਘ ਬਾਰੇ ਜਾਣਕਾਰੀ ਦਿੱਤੀ। ਦਰਸ਼ਕੋ, ਅਸੀਂ ਤੁਹਾਨੂੰ ਜੋਗੀਪੁਰ ਪਿੰਡ ਦੀ ਇਤਿਹਾਸਿਕ ਤੌਰ 'ਤੇ ਮਹੱਤਤਾ ਬਾਰੇ ਦੱਸਿਆ ਸੀ। ਅਸੀਂ ਜ਼ਿਕਰ ਕੀਤਾ ਸੀ ਜਥੇਦਾਰ ਵਜੀਰ ਸਿੰਘ ਦਾ, ਤੇ ਹੁਣ ਸਾਡੇ ਨਾਲ ਜਥੇਦਾਰ ਵਜੀਰ ਸਿੰਘ ਦੇ ਪੋਤੇ ਸਾਡੇ ਨਾਲ ਨੇ, ਸਰਦਾਰ ਗੁਰਜੀਤ ਸਿੰਘ। ਅਸੀਂ ਇਹਨਾਂ ਤੋਂ ਜਾਣਾਂਗੇ ਕਿ ਕਿਵੇਂ ਜਥੇਦਾਰ ਵਜੀਰ ਸਿੰਘ ਨੇ, ਕਿਵੇਂ ਉਹ ਘਾਲਣਾ ਘਾਲੀ ਅਤੇ ਪਰਿਵਾਰ ਉਹਨਾਂ ਦੀ ਇਸ ਇੱਕ ਵੱਡੀ ਮੁਹਿੰਮ ਨੂੰ ਕਿਵੇਂ ਦੇਖਦਾ, ਅੱਜ ਉਹ ਆਪਣੇ ਬਜ਼ੁਰਗਾਂ ਨੂੰ ਕਿਵੇਂ ਯਾਦ ਕਰਦੇ ਨੇ। ਆਓ ਜਾਣਦੇ ਹਾਂ ਗੁਰਜੀਤ ਸਿੰਘ ਦਾ। ਗੁਰਜੀਤ ਸਿੰਘ ਜੀ, ਸਭ ਤੋਂ ਪਹਿਲਾਂ ਜੀ ਤੁਹਾਡਾ ਸਵਾਗਤ ਹੈ ਚੈਨਲ ਪੰਜਾਬੀ ਡਾਕ 'ਤੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇੰਨੇ ਸਾਲ ਬੀਤ ਗਏ ਨੇ ਉਸ ਵਰਤਾਰਿਆਂ ਨੂੰ, ਅਤੇ ਅੱਜ ਤੁਸੀਂ ਆਪਣੇ ਬਜ਼ੁਰਗਾਂ ਦੇ ਉਹਨਾਂ ਪਾਏ ਪੂਰਨਿਆਂ ਨੂੰ, ਪਾਏ ਕਾਰਜ ਨੂੰ ਕਿਵੇਂ ਦੇਖਦੇ ਹੋ? ਅਤੇ ਉਸ ਤੋਂ ਪਹਿਲਾਂ ਤੁਸੀਂ ਸਾਨੂੰ ਜਥੇਦਾਰ ਵਜੀਰ ਸਿੰਘ ਬਾਰੇ, ਉਹਨਾਂ ਦੇ ਜੀਵਨ ਬਾਰੇ, ਪਰਿਵਾਰ ਬਾਰੇ ਮੁਕੰਮਲ ਜਾਣਕਾਰੀ ਦਿਓ। ਅਸੀਂ ਉਹਨਾਂ ਦੀ ਸਿੱਖਿਆ ਦੇ ਤੌਰ 'ਤੇ ਅਸੀਂ ਸ਼ੁਰੂ ਤੋਂ ਹੀ ਗੁਰਸਿੱਖ ਪਰਿਵਾਰ ਨਾਲ ਜੁੜੇ ਹੋਏ ਹਾਂ ਜੀ। ਅਸੀਂ ਉਹਨਾਂ ਦੇ
ਜਦੋਂ ਵੀ ਉਹਨਾਂ ਨੇ ਮਤਲਬ ਪਹਿਲਾਂ ਤੋਂ ਆਪਣੀ ਸਿੱਖੀ ਲੈਣ 'ਚ ਬਹੁਤ ਵਧੀਆ ਕੰਮ ਕੀਤੇ ਆ ਜੀ, ਉਹਨਾਂ ਦੇ ਪੂਰਨਿਆਂ 'ਤੇ ਅਸੀਂ ਚੱਲ ਰਹੇ ਹਾਂ ਜੀ। ਤੇ ਤੁਸੀਂ ਉਹਨਾਂ ਦੇ ਜੀਵਨ ਬਾਰੇ ਸਾਨੂੰ ਥੋੜੀ ਜਿਹੀ ਜਾਣਕਾਰੀ ਦਿਓ। ਸਾਡੇ ਬਾਬਾ ਜੀ ਵਜ਼ੀਰ ਸਿੰਘ ਦਾ ਜਨਮ ਜੀ 1895 'ਚ ਹੋਇਆ ਜੀ। ਉਸ ਤੋਂ ਬਾਅਦ ਉਹਨਾਂ ਨੇ ਮਤਲਬ ਸਿੱਖੀ ਉਹਦੇ 'ਚ ਧਰਮ 'ਚ ਆਪਣਾ ਸ਼ੁਰੂ ਤੋਂ ਪ੍ਰਚਾਰ ਵੀ ਕਰਦੇ ਰਹੇ ਜੀ। ਉਹਨਾਂ ਨੇ ਆਪਣਾ 1932 'ਚ ਜਦੋਂ ਜੈਤੋਂ ਦਾ ਮੋਰਚਾ ਲੱਗਿਆ ਸੀਗਾ ਜੀ, ਉੱਥੋਂ ਉਹਨਾਂ ਦਾ ਜਥਾ 12ਵਾਂ ਜਥਾ ਜੈਤੋਂ ਦੇ ਮੋਰਚੇ 'ਚ ਗਿਆ ਜੀ ਉਹਨਾਂ ਦਾ। ਉਹਦੇ ਵਿੱਚੋਂ ਜੀ ਉਹਨਾਂ ਨੂੰ ਹਲੇ ਸਿਰੇ ਲੱਗੇ ਨਹੀਂ ਸੀਗੇ ਜੀ, ਉੱਥੋਂ ਪਹਿਲਾਂ ਹੀ ਉਹਨਾਂ ਦਾ ਮੋਰਚਾ ਫਤਿਹ ਹੋ ਗਿਆ, ਫਿਰ ਉੱਥੋਂ ਵਾਪਸ ਆ ਗਏ ਸੀਗੇ ਜੀ। ਉਸ ਤੋਂ ਬਾਅਦ ਫਿਰ ਉਹਨਾਂ ਨੇ 1932 'ਚ ਆ ਕੇ ਆਪਣੇ ਘਰ 'ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜੀ। ਉਸ ਤੋਂ ਬਾਅਦ ਉਹਨਾਂ ਨੇ ਨਾਲੇ ਆਨੰਦ ਕਾਰਜਾਂ ਦੀ ਰਸਮ ਆਪਣੇ ਏਰੀਏ 'ਚ ਸਾਰੇ 'ਚ ਸ਼ੁਰੂ ਕੀਤੀ। 1955 ਤੱਕ ਉਹਨਾਂ ਨੇ ਆਨੰਦ ਕਾਰਜ ਦੀ ਰਸਮਾਂ ਪੂਰੀ ਕਰੀ ਹੈ ਜੀ, ਚੱਲਦੇ ਰਹੇ ਹੈ ਜੀ। ਫਿਰ ਨਾਲੇ ਜੀ ਉਹਨਾਂ ਨੇ ਆਪਣੇ ਪਿੰਡ 'ਚ ਗੁਰਦੁਆਰਾ ਸਾਹਿਬ ਬਣਾਇਆ ਜੀ। ਉਹਨਾਂ ਨੇ ਉਹ ਆਪਣੀ ਮਿਹਨਤ ਸਦਕਾ ਉਹਨਾਂ ਨੇ ਵਧੀਆ ਉਪਰਾਲਾ ਕੀਤਾ ਜੀ। ਤੁਸੀਂ ਉਸ ਗੱਲ ਦਾ ਵੀ ਜ਼ਿਕਰ ਕਰੋ ਕਿ ਕਹਿੰਦਾ ਕਿ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਆਉਣ ਵਾਲੇ ਪਹਿਲੇ ਸ਼ਖਸ ਸਨ ਉਹ। ਹਾਂਜੀ, ਉਹ ਆਪਣੇ ਜਦੋਂ ਇੱਥੇ ਸਮਝ ਲਓ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕਰਾਏ ਆ ਜੀ, ਉਹਨਾਂ ਨੇ ਅੰਮ੍ਰਿਤਸਰ ਤੋਂ ਜੀ ਆਪਣਾ ਬੀੜ ਲੈ ਕੇ ਆਇਆ ਜੀ ਇੱਥੇ। ਉਹਨਾਂ ਨੇ ਇੱਥੇ ਲਿਆਣ ਕੇ ਪ੍ਰਕਾਸ਼ ਕੀਤਾ ਜੀ ਆਪਣੇ ਘਰ। ਘਾਲਣਾ ਬੜੀ ਵੱਡੀ ਰਹੀ ਹੈ ਜਥੇਦਾਰ ਵਜ਼ੀਰ ਸਿੰਘ ਦੀ, ਉਸ ਨੂੰ ਦੇਖਦੇ ਹੋਏ ਪੰਜਾਬ ਦੀਆਂ ਸਰਕਾਰਾਂ ਨੇ, ਚਾਹੇ ਪੰਥਕ ਸਰਕਾਰਾਂ ਹੋਣ, ਉਹਨਾਂ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਸਹਿਯੋਗ ਪਿੰਡ ਲਈ? ਨਹੀਂ ਜੀ, ਉਹਨਾਂ ਦਾ ਕੋਈ ਸਾਨੂੰ ਸਹਿਯੋਗ ਨਹੀਂ ਮਿਲਿਆ ਜੀ, ਕੋਈ ਏਡਾ ਕੋਈ ਇੰਨਾ ਉਹ ਨਹੀਂ ਕਰਦਾ। ਤੇ ਤੁਹਾਨੂੰ ਅੱਜ ਕਿੰਨਾ ਕੁ ਮਾਣ ਹੁੰਦਾ ਕਿ ਸਾਡੇ ਬਜ਼ੁਰਗਾਂ ਨੇ ਜ਼ਿੰਦਗੀ ਦੇ ਵਿੱਚ ਆ ਕੇ ਇੱਕ ਇਹੋ ਜਿਹਾ ਮੁਕਾਮ ਹਾਸਲ ਕੀਤਾ ਜਿਹਦੇ ਨਾਲ ਅੱਜ ਪਰਿਵਾਰ ਵੀ ਸਿਰ ਉੱਚਾ ਕਰਕੇ ਦੁਨੀਆ ਦੇ ਵਿੱਚ ਵਿਚਰ ਸਕਦਾ? ਸਾਨੂੰ ਬਹੁਤ ਜ਼ਿਆਦਾ ਮਾਣ ਹੈ ਜੀ ਸਾਡੇ ਬਾਬਾ ਜੀ ਉਹਨਾਂ ਦੇ। ਉਹਨਾਂ ਨੇ ਸਾਨੂੰ ਵੀ ਉਹੀ ਸਿੱਖਿਆ ਦਿੱਤੀ ਹੈ ਜੀ। ਉਦੋਂ ਤੋਂ ਵੀ ਅਸੀਂ ਸਿੱਖੀ ਧਰਮ ਨਾਲ ਜੁੜੇ ਹੋਏ ਹਾਂ ਜੀ। ਜੇ ਅੱਜ ਵੀ ਕੋਈ ਸਾਨੂੰ ਕੁਰਬਾਨੀ ਦੇਣੀ ਪਊਗੀ ਜੀ, ਅਸੀਂ ਉਹਨਾਂ ਦੇ ਸਦਕਾਏ ਅਸੀਂ ਕੁਰਬਾਨੀਆਂ ਦੇਣ ਨੂੰ ਤਿਆਰ ਹਾਂ ਜੀ। ਜਥੇਦਾਰ ਵਜ਼ੀਰ ਸਿੰਘ ਇਹਨਾਂ ਸਿਆਸੀ ਗਤੀਵਿਧੀਆਂ ਦੇ ਵਿੱਚ, ਸਿੱਖ ਗਤੀਵਿਧੀਆਂ ਦੇ ਵਿੱਚ ਜੁੜੇ ਸੀ, ਕੀ ਉਹ ਪਰਿਵਾਰ ਦੇ ਪਹਿਲੇ ਸ਼ਖਸ ਸਨ ਜਾਂ ਉਹਨਾਂ ਤੋਂ ਪਹਿਲਾਂ ਵੀ ਪਰਿਵਾਰ ਦੇ ਕੋਈ ਹੋਰ ਬਜ਼ੁਰਗ ਇਸ ਲਾਈਨ ਤੇ ਚੱਲ ਰਹੇ ਸੀ? ਨਹੀਂ, ਉਹ ਪਹਿਲਾਂ ਹੀ ਮਤਲਬ ਆਪਣਾ ਉਹੀ ਜੁੜੇ ਸੀਗੇ ਜੀ ਜ਼ਿਆਦਾਤਰ। ਜੇਕਰ ਤੁਹਾਡੇ ਕੋਈ ਧਿਆਨ 'ਚ ਹੋਵੇ ਤਾਂ ਉਹਨਾਂ ਨੂੰ ਇਸ ਗੱਲ ਦੀ ਚੇਟਕ ਕਿੱਥੋਂ ਲੱਗੀ? ਇਹ ਜੀ ਵੈਸੇ ਸਾਨੂੰ ਇੰਨਾ ਕੁ ਹੋ ਵੀ ਨਹੀਂ, ਨੌਲੇਜ ਵੀ ਨਹੀਂ ਇਹਦੇ ਬਾਰੇ, ਕਿਉਂ ਬਹੁਤ ਅਸੀਂ ਜਦੋਂ ਛੋਟੇ ਹੁੰਦੇ ਸੀਗੇ ਜੀ, ਜਦੋਂ ਉਹਨਾਂ ਦੀ ਡੈਥ ਹੋਈ ਹੈ ਜੀ। ਦਰਸ਼ਕੋ, ਤੁਸੀਂ ਜਥੇਦਾਰ ਵਜ਼ੀਰ ਸਿੰਘ ਦੇ ਸਿੱਖੀ ਜੀਵਨ ਬਾਰੇ ਜਾਣਿਆ, ਸਿੱਖੀ ਦੇ ਵਿੱਚ ਉਹਨਾਂ ਦੀ ਤੁਸੀਂ ਘਾਲਣਾ ਬਾਰੇ ਜਾਣਿਆ। ਹੁਣ ਸਾਡੇ ਨਾਲ ਸਰਦਾਰ ਜਗਜੀਤ ਸਿੰਘ ਨੇ। ਸਰਦਾਰ ਜਗਜੀਤ ਸਿੰਘ ਜਥੇਦਾਰ ਵਜ਼ੀਰ ਸਿੰਘ ਦੇ ਸਪੁੱਤਰ ਨੇ। ਗੱਲਬਾਤ ਕਰਦੇ ਹਾਂ, ਇਹਨਾਂ ਤੋਂ ਵੀ ਜਾਣਾਂਗੇ। ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰ ਦੇਣਾ ਚਾਹੁੰਦੇ ਹਾਂ ਕਿ ਇਹਨਾਂ ਦੀ ਉਮਰ ਇਸ ਸਮੇਂ 102 ਸਾਲ ਹੈ। 1919 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਵਿਖੇ ਜਲਿਆਂਵਾਲਾ ਕਾਂਡ ਵਾਪਰਿਆ ਸੀ, ਉਸ ਸਾਲ ਦਾ ਇਹਨਾਂ ਦਾ ਜਨਮ ਹੈ। ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ, ਸਾਡੇ ਨਾਲ ਮੌਜੂਦ ਨੇ। ਇੱਕ ਖਾਸ ਗੱਲ ਕਿ ਉਹ ਇੱਕ ਤਸਵੀਰ ਹੱਥ ਦੇ ਵਿੱਚ ਲਈ ਬੈਠੇ ਨੇ ਮੋਰਚਾ ਡਸਕਾ ਦੀ। ਇਹ ਪਟਿਆਲੇ ਜ਼ਿਲ੍ਹੇ ਦਾ ਜਥਾ, ਜਿਹਦੇ 'ਚ ਤੁਸੀਂ ਦੇਖ ਸਕਦੇ ਹੋ ਕਿ ਨਾਮ ਵੀ ਲਿਖੇ ਹੋਏ ਨੇ ਜੋ ਇਸ ਜਥੇ ਦੇ ਵਿੱਚ ਸ਼ਾਮਲ ਸੀ। ਅਲੱਗ-ਅਲੱਗ ਸੀ, ਪਟਿਆਲੇ ਨਾਲ ਸੰਬੰਧਿਤ ਨਹੀਂ ਸੀ। ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸੀਂ ਬਿਸ਼ਨ ਸਿੰਘ ਮੈਂਬਰ ਸਨ ਇਸ ਜਥੇ ਦੇ, ਬਰਨਾਲੇ ਤੋਂ ਸਨ। ਆਨੰਦ ਸਿੰਘ ਖਜਾਨ ਸਨ, ਸੈਂਪਲੀ ਤੋਂ ਸਨ। ਉਹ ਗੁੱਜਰ ਸਿੰਘ ਸਨ, ਬਰਨਾਲੇ ਤੋਂ। ਰਣ ਸਿੰਘ ਸਨ, ਚੱਕ ਖੁਰਦ ਤੋਂ। ਮਨਸਾ ਸਿੰਘ ਪਮੌਰ ਸਨ, ਉਹ ਮੀਤ ਜਥੇਦਾਰ ਸੀ ਇਸ ਜਥੇ ਦੇ। ਸਰਦਾਰ ਕਰਤਾਰ ਸਿੰਘ ਸਨ ਤੇ ਸਰਦਾਰ ਵਜ਼ੀਰ ਸਿੰਘ ਜੋਗੀਪੁਰ ਦਾ ਨਾਮ ਵੀ ਹੈ ਜੋ ਇਸ ਜਥੇ ਦੀ ਅਗਵਾਈ ਕਰਦੇ ਸੀ। ਸਰਦਾਰ ਵਜ਼ੀਰ ਸਿੰਘ ਜੋਗੀਪੁਰ ਜਥੇਦਾਰ। ਤੇ ਇੱਕ ਨਾਮ ਹੋਰ ਹੈ ਕੇਰ ਸਿੰਘ ਘੁੰਮਣ ਦਾ, ਜੋ ਸਕੱਤਰ ਸੀ ਇਸ ਉਸਦੇ। ਤੇ ਆਓ ਹੁਣ ਗੱਲਬਾਤ ਕਰਦੇ ਹਾਂ ਆਪਾਂ ਬਜ਼ੁਰਗਾਂ ਦੇ ਨਾਲ। ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਵੀ ਕਿਵੇਂ ਉਹ ਸਭ ਇਸ ਵਰਤਾਰੇ ਨੂੰ ਦੇਖਦੇ ਨੇ ਇੰਨੇ ਸਾਲ ਬੀਤਣ ਤੋਂ ਬਾਅਦ ਵੀ। ਬਜ਼ੁਰਗੋ, ਹੋ ਠੀਕ ਠਾਕ ਹੋ ਜੀ? ਠੀਕ ਹੈ। ਤੁਹਾਨੂੰ ਹੁਣ ਕਿਵੇਂ ਲੱਗਦਾ ਹੈ ਜਦੋਂ ਤੁਹਾਡੇ ਬਜ਼ੁਰਗ ਸਰਦਾਰ ਵਜ਼ੀਰ ਸਿੰਘ ਸਿੱਖੀ ਜੀਵਨ ਦੇ ਨਾਲ ਜੁੜੇ ਹੋਏ ਸੀ, ਐਡੀ ਵੱਡੀ ਘਾਲਣਾ ਸੀ, ਤੁਸੀਂ ਉਸ 'ਤੇ ਕੀ ਕਹਿਣਾ ਚਾਹੋਗੇ? ਕੀ ਹੋ ਗਿਆ?
ਜਿਵੇਂ ਬਜ਼ੁਰਗ ਤੁਹਾਡੇ ਵਜ਼ੀਰ ਸਿੰਘ ਸਿੱਖੀ ਘਰਾਣਾ ਦਾ ਐਡਾ ਵੱਡਾ ਨਾਮ ਹੈ, ਉਹਨਾਂ ਦਾ ਪਿਰਤਾਂ ਪਾਈਆਂ ਸਿੱਖੀ ਦੇ ਵਿੱਚ, ਆਨੰਦ ਕਾਰਜ ਦੀ ਲਹਿਰ ਉਹਨਾਂ ਨੇ ਚਲਾਈ ਸੀ, ਮੋਰਚਾ ਡਸਕਾ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਉਹਨਾਂ ਨੇ। ਹਾਂ ਠੀਕ ਹੈ। ਜੀ ਤੁਸੀਂ ਕੀ ਕਹਿਣਾ ਚਾਹੋਗੇ? ਕੋਈ ਪੁਰਾਣੀ ਯਾਦ ਹੋਵੇ, ਕੋਈ ਪੁਰਾਣੀ ਯਾਦ? ਪੁਰਾਣੀ ਯਾਦ ਹੋਰ ਕਿਆ ਇਸ ਤੇ ਬੜੀ ਜੀ ਕੋਈ ਬਜ਼ੁਰਗਾਂ ਦੀ ਕੋਈ ਗੱਲਬਾਤ ਤੁਹਾਡੇ ਚੇਤੇ ਹੋਵੇ? ਗੱਲਬਾਤ ਤਾਂ ਬਸ ਜਥੇਦਾਰ ਦਾ ਐਲਾਨ ਕਰੇ ਦਾ ਐਨੇ ਡਸਕਾ ਮੋਰਚਾ ਲੱਗਿਆ ਸੀ, ਜਥੇਦਾਰ ਵਜ਼ੀਰ ਸਿੰਘ ਇੱਥੋਂ ਗਏ ਸੀ, ਤਾਂ ਨਾਲ ਕਿੰਨੇ ਜਣੇ ਸੀ ਜਥੇ ਵਿੱਚ? ਉਸ ਵਾਸਤੇ ਸੀੜੇ ਦੇ 500 ਬੰਦਾ ਦਾ ਆਪਣਾ ਫੋਟੋ ਪਈ ਦੀ ਖੁਰਦਵੇ ਹੋ ਗਈ ਜਦੋਂ ਨੇ ਮਾਂ ਗੱਤੇ ਫਿਰ 500 ਹੋਈ ਦੀ 500 ਬੰਦੇ ਸਨ ਉਸ ਸਮੇਂ। ਹਾਂ। ਤੇ ਇਹ ਜੋ ਮੋਰਚਾ ਡਸਕਾ ਸੀ ਇਹ ਕਿੰਨਾ ਕੁ ਸਮਾਂ ਲੰਮਾ ਚੱਲਿਆ ਸੀ? 14 ਜਥੇ ਡੇਢ ਕੱਟ ਗਿਆ ਇਹਦੇ, ਕੋਈ 100 ਦਾ, ਕੋਈ 200 ਦਾ, ਕੋਈ 400 ਦਾ। ਜਥੇਦਾਰ ਵਜ਼ੀਰ ਸਿੰਘ ਹੋਰਾਂ ਨੇ ਕਿੰਨਾ ਕੁ ਸਮਾਂ ਜੇਲ੍ਹ ਕੱਟੀ ਸੀ? ਕੱਟੀ ਨਹੀਂ ਹੈ ਇੱਕ ਸਫਰ ਹੈ ਇਹਦਾ, ਇੱਕ ਸਫਰ ਮੰਨ ਜਾ ਰਹਿੰਦੇ ਫਿਰ ਫਤਿਹ ਹੋ ਗਿਆ ਦਾ। ਪਟਿਆਲੇ ਜ਼ਿਲ੍ਹੇ ਦੇ ਕਿੰਨੇ ਕੁ ਬੰਦੇ ਸੀ? ਇਹ ਕੋਈ ਪਤਾ ਨਹੀਂ। ਇਹ ਕੋਈ ਪਤਾ ਨਹੀਂ। ਟੋਟਲ ਜਥੇ ਦੇ ਵਿੱਚ 500 ਬੰਦੇ ਸਨ। ਦਰਸ਼ਕੋ ਬਜ਼ੁਰਗਾਂ ਦਾ ਕਹਿਣਾ ਹੈ ਕਿ ਟੋਟਲ ਜੋ ਜਥਾ ਸੀ ਉਹ ਡਸਕਾ ਮੋਰਚਾ ਲੈ ਗਿਆ ਸੀ, 500 ਜਥੇ 500 ਮੈਂਬਰ ਸਨ ਉਸ ਜਥੇ ਦੇ ਵਿੱਚ। ਥੋੜਾ ਜਿਹਾ ਬਜ਼ੁਰਗਾਂ ਨੂੰ ਉੱਚਾ ਸੁਣਾਈ ਦਿੰਦਾ ਹੈ ਤੇ ਹੁਣ 102 ਸਾਲ ਉਮਰ ਵੀ ਕਾਫੀ ਹੋ ਗਈ ਹੈ ਤੇ ਕਾਫੀ ਗੱਲਾਂ ਭੁੱਲ ਭੁਲਾ ਵੀ ਗਏ ਨੇ। ਬਜ਼ੁਰਗੋ ਜੋ ਜਥੇਦਾਰ ਵਜ਼ੀਰ ਸਿੰਘ ਵੱਲੋਂ ਆਨੰਦ ਕਾਰਜ ਲਹਿਰ ਲਈ ਪ੍ਰਚਾਰ ਕੀਤਾ ਗਿਆ ਸੀ, ਉਹ ਕਿੱਥੇ ਕਿੱਥੇ ਗਏ ਸੀ ਪ੍ਰਚਾਰ ਕਰਨ? ਪ੍ਰਚਾਰ ਕਰਨੇ ਦਾ ਤਾਂ ਕੋਈ ਪਤਾ ਨਹੀਂ, ਬਾਹਰ ਕਰਦੇ ਰਹਾ। ਨੰਦਾਂ ਵਾਲੇ ਆਉਂਦੇ ਰਹਿੰਦੇ ਨੰਦ ਕਰਾਮੇ ਤੇ ਆਪ। ਤੇ ਕੋਈ ਗਿਣਤੀ ਮਿਣਤੀ ਯਾਦ ਹੋਣੀ ਕਿ ਵੀ ਇੰਨੇ ਕੁ ਆਨੰਦ ਕਾਰਜ ਕਰਵਾਏ? ਨੰਦ ਕਾਰਜ ਤੋਂ ਸਾਰੇ ਹੀ ਕਰਾਏ, ऐसी कोई बात नहीं है। चन्नन सिंह पहले नंद ने कराए, अपने ने राजेंद्र ये उसने कराए हैं। ये राजेंद्र है नहीं थाली शेरी। हाँ जथेदार निरंजन ने कहा क्या जथेदार क्या? हाँ हथ कस के पाई पहला जानता है इस तरह ਕਿਤੇ ਵੀ ਬੁਲਾਉਂਦੇ ਜੀ ਨੂੰ, ਜਿੱਥੇ ਬੁਲਾਉਂਦੇ ਸੀ ਜਾਂਦੇ ਸੀ ਜਹੇ ਦੇ। ਮੈਨੂੰ ਕਿਹੜਾ ਬਤਾ ਕੇ ਜਾਂਦੇ? ਫਿਰ ਕਾਫੀ ਆਲੇ ਦੁਆਲੇ ਪਿੰਡਾਂ ਦੇ ਵਿੱਚੋਂ ਦੂਰ ਦਰਾਡੇ ਹਾਂ ਦੂਰ ਆਪਣੀ ਘੋੜੀ ਪਰ ਜਾਂਦੇ ਤੁਰ ਕੇ ਜਾਂਦੇ, ਜਿੱਥੇ ਜਿੱਥੇ 40 ਕੋਗਾ ਬੁਲਾ ਲੇਦਾ ਪਹੁੰਚੇਂਦੇ ਨੰਦ ਕਰਾਮੇ ਜਾ ਕੇ। ਦਰਸ਼ਕੋ ਸਾਡੇ ਨਾਲ ਸਰਦਾਰ ਜਗਜੀਤ ਸਿੰਘ ਸੀ, ਇਹ ਜਥੇਦਾਰ ਵਜ਼ੀਰ ਸਿੰਘ ਦੇ ਸੁਪੁੱਤਰ ਨੇ, ਜਿਨ੍ਹਾਂ ਨੇ ਦੱਸਿਆ ਕਿ ਵੀ ਕਾਫੀ ਦੂਰ ਦਰਾਡੇ ਤੋਂ ਲੋਕ ਆਉਂਦੇ ਸੀ ਜੋ ਆਨੰਦ ਕਾਰਜ ਦੀ ਸੇਵਾ ਉਹ ਕਰਦੇ ਸੀ। ਤੇ ਖਾਸ ਗੱਲ ਜੋ ਡਸਕਾ ਮੋਰਚਾ ਸੀ ਜਥਾ ਪਟਿਆਲੇ ਤੋਂ ਲੈ ਕੇ ਗਏ ਸੀ, 500 ਮੈਂਬਰ ਸ਼ਾਮਲ ਸਨ। ਤੁਸੀਂ ਤਸਵੀਰ ਦੇ ਵਿੱਚ ਵੀ ਦੇਖਿਆ ਕਿ ਦੂਰ ਦਰਾਡੇ ਲੋਕ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਵੀ ਉਸ ਮੋਰਚੇ ਦੇ ਵਿੱਚ ਸ਼ਾਮਲ ਹੋਏ ਸੀ, ਜੋ ਸਿੱਖੀਜ਼ਮ ਦਾ, ਸਿੱਖ ਧਰਮ ਦਾ ਇੱਕ ਵੱਡਾ ਮੋਰਚਾ ਜਿਹਨੂੰ ਗੁਰਦੁਆਰਿਆਂ ਦੀ ਆਜ਼ਾਦੀ ਦਾ ਮੁੱਢ ਬੰਨਿਆ ਸੀ। ਦਰਸ਼ਕੋ ਤੁਸੀਂ ਪਿੰਡ ਜੋਗੀਪੁਰ ਦੇ ਵਸਨੀਕਾਂ ਦੀ ਗੱਲਾਂ ਬਾਤਾਂ ਸੁਣੀਆਂ, ਉਹਨਾਂ ਨੇ ਕਿਵੇਂ ਤੁਹਾਨੂੰ ਇਸ ਪਿੰਡ ਦੀ ਇਤਿਹਾਸਿਕ ਮਹੱਤਤਾ ਬਾਰੇ ਦੱਸਿਆ। ਉਹਨਾਂ ਨੇ ਭਾਈ ਵਜ਼ੀਰ ਸਿੰਘ ਜਥੇਦਾਰ ਵਜ਼ੀਰ ਸਿੰਘ ਦੇ ਜੀਵਨ ਬਾਰੇ ਦੱਸਿਆ, ਉਹਨਾਂ ਦੇ ਗੁਰਸਿੱਖੀ ਜੀਵਨ ਬਾਰੇ ਦੱਸਿਆ। ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਕਿ ਜਥੇਦਾਰ ਵਜ਼ੀਰ ਸਿੰਘ ਆਨੰਦ ਕਾਰਜ ਲਹਿਰ ਸੀ ਉਹਦਾ ਪ੍ਰਚਾਰ ਕਰ ਰਹੇ ਸੀ, ਥਾਂ ਥਾਂ ਜਾ ਕੇ ਉਹ ਪ੍ਰਚਾਰ ਕਰਦੇ ਸੀ, ਆਨੰਦ ਕਾਰਜ ਕਰਵਾਉਂਦੇ ਸੀ। ਤੁਸੀਂ ਉਹਨਾਂ ਦੇ ਸਪੁੱਤਰ ਜੋ ਜਿਨ੍ਹਾਂ ਦੀ ਉਮਰ ਹੁਣ 102 ਸਾਲ ਦੀ ਹੋ ਚੁੱਕੀ ਆ, ਭਾਈ ਜਗਜੀਤ ਸਿੰਘ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੂੰ ਅੱਖਾਂ ਤੋਂ ਵੀ ਨਹੀਂ ਦਿਸਦਾ, ਪਰ ਉਹ ਅੱਜ ਵੀ ਉਹ ਮਾਣ ਨਾਲ ਆਪਣੇ ਪਿਓ ਦਾ, ਆਪਣੇ ਪਿਤਾ ਦਾ ਨਾਮ ਲੈਂਦੇ ਨੇ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਕਰਦੇ ਨੇ। ਤੁਸੀਂ ਹੋਰ ਵੀ ਪਰਿਵਾਰਕ ਮੈਂਬਰਾਂ ਦੀਆਂ ਗੱਲਾਂ ਸੁਣੀਆਂ ਕਿ ਕਿਵੇਂ ਉਹ ਅੱਜ ਵੀ ਮਾਣ ਮਹਿਸੂਸ ਕਰਦੇ ਨੇ ਆਪਣੇ ਉਹਨਾਂ ਬਜ਼ੁਰਗਾਂ ਦੇ ਉੱਤੇ। ਉਹਨਾਂ ਦਾ ਕਹਿਣਾ ਕਿ ਅਸੀਂ ਸਿੱਖੀ ਨਾਲ ਜੁੜੇ ਰਹੀਏ, ਸਾਡੇ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਰਹੇ ਤੇ ਸਾਨੂੰ ਰੱਜ ਕੇ ਮਾਣ ਹੁੰਦਾ ਹੈ ਸਾਡੇ ਆਪਣੇ ਬਜ਼ੁਰਗਾਂ ਦੇ। ਉਹਨਾਂ ਦੇ ਕਹਿਣਾ ਕਿ ਸਾਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਵੀ ਅਫਸੋਸ ਹੁੰਦਾ ਕਿ ਸਰਕਾਰਾਂ ਨੇ ਸਾਡੇ ਪਿੰਡ ਦੀ ਬਾਂਹ ਨਹੀਂ ਫੜੀ, ਸਾਨੂੰ ਜੋ ਬਣਦਾ ਸੀ, ਮਨ ਦਾ ਮਾਣ ਸਤਿਕਾਰ ਦੇਣਾ ਚਾਹੀਦਾ ਸੀ, ਉਹ ਨਹੀਂ ਦਿੱਤਾ। ਉਹਨਾਂ ਦੀ ਮੰਗ ਸੀ ਕੋਈ ਯਾਦ
ਤੇ ਬਣਾ ਦਿੱਤੀ ਜਾਂਦੀ ਭਾਈ ਵਜ਼ੀਰ ਸਿੰਘ ਦੀ ਯਾਦ ਦੇ ਵਿੱਚ। ਹੁਣ ਕੋਈ ਪਾਰਕ ਬਣਾ ਦਿੱਤੀ ਜਾਂਦੀ, ਹਾਲਾਂਕਿ ਅਸੀਂ ਦੱਸਿਆ ਵੀ ਸੀ ਸਾਡੇ ਪਿੰਡ ਦੇ ਵਿੱਚ ਜਗ੍ਹਾ ਵੀ ਖਾਲੀ ਪਈ ਸੀ ਕਿ ਇੱਥੇ ਪਾਰਕ ਬਣਾ ਦਿੱਤੀ ਜਾਵੇ। ਖੈਰ ਇਹ ਤਾਂ ਗੱਲਾਂ ਸਰਕਾਰਾਂ ਹੀ ਜਾਣਦੀਆਂ ਨੇ। ਤੁਸੀਂ ਇਸ ਪਿੰਡ ਦੀ ਇਤਿਹਾਸਿਕ ਮਹੱਤਤਾ ਬਾਰੇ ਜਾਣਿਆ, ਤੁਸੀਂ ਹੋਰ ਕਈ ਗੱਲਾਂ ਬਾਤਾਂ ਜਾਣੀਆਂ। ਅਗਲੇ ਵਾਰ ਕਿਸੇ ਨਵੇਂ ਪਿੰਡ ਦੀ ਨਵੀਂ ਕਹਾਣੀ ਲੈ ਕੇ ਤੁਹਾਡੇ ਨਾਲ ਸਾਂਝੀ ਹੋਵਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਪੰਜਾਬੀ ਡਾਕ ਤੇ। ਕੈਮਰਾਮੈਨ ਗੁਰਪ੍ਰੀਤ ਸਿੰਘ ਨਾਲ ਮੈਂ ਗੁਰਜਿੰਦਰ ਸਿੰਘ ਭੰਗੂ, ਜੋਗੀਪੁਰ।